ਪੰਜਾਬ ਦੇ ਵਿੱਚ ਨਗਰ ਕੌਂਸਲ ਦੀ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਔਰ ਇਸ ਟਾਈਮ ਚੋਣ ਪ੍ਰਚਾਰ ਆਪਣੇ ਚਰਮ ਤੇ ਆ। ਅੱਜ ਅਸੀਂ ਪਹੁੰਚੇ ਹਾਂ ਜੰਡਿਆਲਾ ਗੁਰੂ ਦੇ ਵਿੱਚ, ਜਿੱਥੇ ਜੰਡਿਆਲਾ ਗੁਰੂ ਨਗਰ ਕੌਂਸਲ ਦੇ ਚੋਣ ਹੋ ਰਹੇ ਨੇ। 15 ਕੈਂਡੀਡੇਟ ਹਰੇਕ ਸਿਆਸੀ ਪਾਰਟੀ ਵੱਲੋਂ ਆਪਣੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਇਸ ਟਾਈਮ ਮੇਰੇ ਨਾਲ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲ ਕਰਦੇ ਹਾਂ। ਡੈਨੀ ਸਾਹਿਬ, ਪੰਜਾਬ ਵਾਇਰ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਡੈਨੀ ਜੀ, ਬਤੌਰ MLA ਪਹਿਲਾਂ ਤਾਂ ਇਹ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਤੁਸੀਂ ਆਪਣੇ ਹਲਕੇ ਵਿੱਚ ਕੀ ਕੁਝ ਡਿਵੈਲਪਮੈਂਟ ਕਰਾਈ ਹੈ? ਕਿਹੜੇ ਐਸੇ ਪ੍ਰੋਜੈਕਟ ਸੀ ਜਿਹੜੇ ਤੁਹਾਡੇ ਦਿਲ ਦੀ ਖੁਆਇਸ਼ ਸੀ, ਜਿਨ੍ਹਾਂ ਨੂੰ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ? ਤੁਸੀਂ ਮੇਰੇ ਕੋਲ ਪੂਰਾ ਕੌਂਸਟੀਟੂਐਂਸੀ ਦਾ ਓਵਰਆਲ ਪੁੱਛ ਰਹੇ ਹੋ ਜਾਂ ਮੈਨੂੰ ਪਰਟੀਕੂਲਰਲੀ ਜੰਡਿਆਲਾ ਸ਼ਹਿਰ ਬਾਰੇ? ਫਿਲਹਾਲ ਕੌਂਸਟੀਟੂਐਂਸੀ, ਉਹਦੇ ਵਿੱਚ ਜੰਡਿਆਲਾ ਸ਼ਹਿਰ ਵੀ ਆਉਂਦਾ। ਜਿੱਥੋਂ ਤੱਕ ਮੇਰੇ ਇਸ ਪਿਆਰੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦਾ ਸਵਾਲ ਹੈ, ਪਿਛਲੇ 10 ਸਾਲ ਦਾ ਲੰਬਾ ਸਮਾਂ ਸਾਡੇ ਵਿਕਾਸ ਕਾਰਜ ਜਿਹੜੇ ਸੀਗੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਜਿਹੜੇ ਸੀਗੇ ਉਹ ਰੁਕੇ ਹੋਏ ਸੀ ਅਤੇ ਇਲਾਕਾ ਸਾਰਾ ਬਹੁਤ ਡਿਵੈਲਪਮੈਂਟ ਵਾਲੇ ਪਾਸਿਓਂ, ਵਿਕਾਸ ਵਾਲੇ ਪਾਸਿਓਂ ਪਛੜਿਆ ਸੀਗਾ। ਮੈਂ ਧੰਨਵਾਦ ਕਰਨਾ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ, ਜਿਨ੍ਹਾਂ ਦੀ ਬਹੁਤ ਵੱਡੀ ਉੱਚੀ ਸੋਚ ਸੀਗੀ ਕਿ ਸਰਕਾਰ ਬਣਦਿਆਂ ਸਾਰ ਅਸੀਂ ਜਿਹੜਾ ਵਿਕਾਸ ਹੈ ਉਹ ਹਲਕੇ ਦਾ, ਔਰ ਮੇਰੇ ਪਿਤਾ ਜੀ ਉਹਨਾਂ ਦੀ ਵੀ ਸੋਚ ਸੀ ਅਤੇ ਮੇਰੇ ਅੱਗੇ ਉਸੇ ਪਿਤਾ ਜੀ ਦੀ ਸੋਚ ਨੂੰ ਅੱਗੇ ਫੋਲੋ ਕੀਤਾ ਵੀ ਸਾਰਿਆਂ ਪਿੰਡਾਂ ਦੇ ਵਿੱਚ ਇੱਕ ਸਰਬਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਜਾਤ ਪਾਤ ਤੋਂ ਉੱਪਰ, ਵਿਤਕਰੇਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾਵੇ। ਅਸੀਂ ਅੱਜ ਸਾਡੇ ਤੁਸੀਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ, ਚਾਹੇ ਉਹ ਬਲਾਕ ਜੰਡਿਆਲਾ ਹੈ, ਤਰਸਿੱਕਾ ਹੈ, ਚਾਹੇ ਮਹਿਤਾ ਬਲਾਕ ਹੈ, ਰਈਆ ਬਲਾਕ, ਤੁਸੀਂ ਇਹਨਾਂ ਦੇ ਪਿੰਡਾਂ ਦੇ ਵਿੱਚ ਅਗਰ ਤੁਹਾਨੂੰ ਕਿਤੇ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਉੱਥੇ ਜਾ ਕੇ ਇੱਕ ਸਰਵੇ ਕਰਕੇ ਦੇਖਣਾ, ਤੁਹਾਨੂੰ ਜਿਹੜੀਆਂ ਵਿਕਾਸ ਦੀਆਂ ਤਸਵੀਰਾਂ ਨੇ, ਚਾਹੇ ਉਹ ਛੱਪੜਾਂ ਦੇ ਕੰਮ ਹੈ, ਚਾਹੇ ਉਹ ਗਲੀਆਂ ਬਾਜ਼ਾਰਾਂ ਦੇ ਕੰਮ ਹੈ, ਉਹ ਤੁਹਾਨੂੰ ਮੂੰਹੋਂ ਤਸਵੀਰਾਂ ਬੋਲਦੀਆਂ ਨਜ਼ਰ ਆਉਣਗੀਆਂ। ਜਿਹੜੀਆਂ ਬੇਸਿਕ ਚੀਜ਼ਾਂ ਸੀ, ਜਿਨ੍ਹਾਂ ਨੂੰ ਮੈਂ ਇਹ ਨਹੀਂ ਕਹਿ ਸਕਦਾ, ਸ਼ਾਇਦ ਮੈਂ ਇਸ ਗੱਲ 'ਤੇ ਗਲਤ ਵੀ ਹਾਂ ਕਿ ਵਿਕਾਸ ਉਹਨਾਂ ਚੀਜ਼ਾਂ ਨੂੰ ਆਪਾਂ ਨਹੀਂ ਕਹਿ ਸਕਦੇ ਜਿਹੜੀਆਂ ਲੋਕਾਂ ਦੀਆਂ ਬੇਸਿਕ ਲੋੜਾਂ ਨੇ, ਜਿਹੜੀਆਂ ਬੇਸਿਕ ਐਮਿਨਿਟੀਜ਼ ਨੇ। ਮੈਂ ਉਹਨਾਂ ਨੂੰ ਵਿਕਾਸ ਦਾ ਨਾਮ ਸ਼ਾਇਦ ਅਗਰ ਮੈਂ ਦੇ ਰਿਹਾ ਤਾਂ ਉਹ ਮੇਰੇ ਪਾਸੇ ਵੀ ਕਿਤੇ ਨਾ ਕਿਤੇ ਗਲਤ ਹੈ। ਇਹ ਬੁਨਿਆਦੀ ਮੰਗਾਂ ਨੇ ਜਿਹੜੀਆਂ ਉਹਨਾਂ ਦੀਆਂ ਹੋਣੀਆਂ ਜ਼ਰੂਰੀ ਹੈ। ਜਿਹੜੀਆਂ ਨਹੀਂ ਹੋ ਪਾਈਆਂ ਸੀ ਉਹਨਾਂ ਨੂੰ ਪੂਰਾ ਕਰਨ ਵਾਸਤੇ ਆਪਣਾ ਯਤਨ ਕਰਦੇ ਹਾਂ, ਔਰ ਉਹਦੇ ਵਿੱਚ ਸਭ ਤੋਂ ਵੱਡਾ ਮੈਂ ਧੰਨਵਾਦ ਕੈਪਟਨ ਅਮਰਿੰਦਰ ਸਿੰਘ ਜੀ ਦਾ ਕਰਨਾ, ਜਿਨ੍ਹਾਂ ਨੇ ਮੈਨੂੰ ਪੈਸੇ ਦੇ ਕੇ ਹੁਣ 5 ਕਰੋੜ ਰੁਪਈਆ ਆਪਾਂ ਇਸ ਸ਼ਹਿਰ ਵਾਸਤੇ, ਜੰਡਿਆਲਾ ਗੁਰੂ ਦੀ ਨਗਰ ਕੌਂਸਲ ਵਾਸਤੇ ਲੈ ਕੇ ਆਇਆ। 12.5 ਕਰੋੜ ਰੁਪਈਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪਿੰਡਾਂ ਦੇ ਵਿਕਾਸ ਵਾਸਤੇ ਦਿੱਤਾ। ਸੋ ਕੁੱਲ ਮਿਲਾ ਕੇ ਕੋਈ 17-18 ਕਰੋੜ ਰੁਪਈਆ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਪਿਛਲੇ 3-4 ਮਹੀਨਿਆਂ ਦੇ ਵਿੱਚ ਆਇਆ। ਤੁਸੀਂ ਅੱਜ ਜੰਡਿਆਲਾ ਗੁਰੂ ਸ਼ਹਿਰ ਦੇ ਬਾਹਰ ਹੀ ਅਗਰ ਝਾਤੀ ਮਾਰੋ ਤਾਂ ਮੇਨ ਐਂਟਰੈਂਸ ਤੋਂ ਹੀ ਤੁਹਾਨੂੰ ਜਿਹੜਾ ਫਰਕ ਜਿਹੜਾ ਪਿਛਲੇ 10 ਸਾਲਾਂ ਨਾਲੋਂ ਤੇ ਹੁਣ ਜਿਹੜਾ ਨਜ਼ਰ ਆਏਗਾ। ਸੱਜਾ ਖੱਬਾ ਪਾਸਾ ਦੋਨੇ ਟਾਈਲਾਂ ਲਾ ਕੇ, ਜਿਹੜਾ ਕੱਚਾ ਬਿਲਕੁਲ ਚੱਲਿਆ ਨਹੀਂ ਸੀ ਜਾਂਦਾ, ਉਹਨੂੰ ਪੱਕਾ ਕਰਕੇ ਤਿਆਰ ਕੀਤਾ। ਖਜੂਰਾਂ ਦੇ ਦਰਖਤ ਲਗਾ ਕੇ ਉਹਦਾ ਸੁੰਦਰੀਕਰਨ ਪ੍ਰੋਪਰ, ਜਿਹੜਾ ਸਰਾਂ ਰੋਡ ਦਾ ਐਂਟਰ ਕਰ ਦਿਓ। ਲਾਈਟਸ ਅਸੀਂ ਚੰਡੀਗੜ੍ਹ ਤੋਂ ਮੰਗਵਾ ਕੇ ਲਗਾਈਆਂ ਨੇ, ਜਿਹੜੇ ਉਹ ਪ੍ਰੋਪਰ ਸ਼ੈੱਡ ਜਿਹੜੇ ਲੱਗ ਰਿਹਾ। ਸ਼ਹਿਰ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਪੁਰਾਣਾ ਬੱਸ ਅੱਡਾ ਸੀਗਾ, ਉਹ ਬੱਸ ਅੱਡਾ ਅੱਜ ਤੱਕ ਜਿਹੜਾ ਬੜੀ ਬੁਰੀ ਹਾਲਤ ਦੇ ਵਿੱਚ ਸੀਗਾ। ਪਿਛਲੇ ਸਾਲ ਅਸੀਂ ਉਸ ਦਾ ਜਿਹੜਾ ਆ ਉਦਘਾਟਨ ਕੀਤਾ, ਜੋ ਬੱਸ ਅੱਡਾ ਵੀ ਬਣ ਕੇ ਪੂਰਾ ਮੁਕੰਮਲ ਰੂਪ ਦੇ ਵਿੱਚ ਤਿਆਰ ਹੋ ਚੁੱਕਾ ਹੈ। ਤੁਸੀਂ ਇਹ ਕਿਹਾ ਕਿ ਜੰਡਿਆਲਾ ਸ਼ਹਿਰ ਦੀ ਜੇ ਗੱਲ ਕੀਤੀ, ਉੱਥੇ 5 ਕਰੋੜ ਰੁਪਇਆ ਲਗਾ ਦਿੱਤਾ। ਤੁਸੀਂ ਲਗਾ ਰਹੇ ਆ, ਕੰਮ ਚੱਲ ਰਹੇ ਨੇ। ਪਰ ਹੁਣ ਨਗਰ ਕੌਂਸਲ ਦੀਆਂ ਚੋਣਾਂ ਨੇ, 15 ਕੈਂਡੀਡੇਟ 15 ਵਾਰਡਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। 5 ਕਰੋੜ ਦੇ ਪ੍ਰੋਜੈਕਟ ਚੱਲ ਰਹੇ ਨੇ। ਹੁਣ ਕਿਹੜੇ ਪ੍ਰੋਜੈਕਟ ਹੋਰ ਲਿਆਓਗੇ? ਕੀ ਲੋਕਾਂ ਨੂੰ ਕੀ ਵਾਅਦੇ ਕਰ ਰਹੇ ਹੋ ਤਾਂ ਕਿ ਲੋਕ ਤੁਹਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਚੁਣ ਕੇ ਨਗਰ ਕੌਂਸਲ ਦੇ ਵਿੱਚ ਭੇਜਣ? ਦੇਖੋ, ਮੈਂ ਕੋਈ ਉਹੋ ਜਿਹੀਆਂ ਵੱਡੀਆਂ ਗੱਲਾਂ ਜਾਂ ਫਿਰ ਉਹੋ ਜਿਹੇ ਲਾਰੇਬਾਜ਼ੀ, ਲਾਰਾ ਲੱਪਾ, ਉਹ ਮੈਨੂੰ ਸ਼ੋਭਾ ਨਹੀਂ ਦਿੰਦੇ। ਮੈਂ ਉਨੀ ਗੱਲ ਹੀ ਕਰੂੰਗਾ ਜਿੰਨੀ ਗੱਲ ਜਿਹੜੀ ਹੈ ਉਹ ਮੁਕੰਮਲ ਹੋ ਜਾਵੇ, ਕਿਉਂਕਿ ਇਸ ਤੋਂ ਬਾਅਦ 8 ਮਹੀਨੇ ਬਾਅਦ, 10 ਮਹੀਨੇ ਬਾਅਦ ਸਾਡਾ ਵਿਧਾਨ ਸਭਾ ਦਾ ਚੁਣਾਵ ਵੀ ਆਉਣਾ। ਸੋ ਮੈਂ ਕਦੀ ਉਹੋ ਜਿਹੇ ਗਲਤ ਵਾਅਦੇ ਨਹੀਂ ਕਰਨਾ ਚਾਹੁੰਦਾ ਲੋਕਾਂ ਦੇ ਨਾਲ, ਜਿਹਦਾ ਕਰਕੇ ਬਾਅਦ ਦੇ ਵਿੱਚ ਜਿਹੜੀ ਐਮਬੈਰਸਮੈਂਟ ਜਿਹੜੀ ਇੱਕ ਉਮੀਦਵਾਰ ਨੂੰ ਸਾਹਮਣਾ ਕਰਨਾ ਪੈਂਦਾ, ਉਹ ਐਮਬੈਰਸਮੈਂਟ ਦਾ ਸਾਹਮਣਾ ਨਾ ਕਰਨਾ ਪਵੇ। ਮੇਰੇ ਟੌਪ ਪ੍ਰਾਇੋਰਟੀ ਦੇ ਉੱਪਰ ਇਹ ਚੀਜ਼ ਹੈ ਕਿ ਮੇਰੇ ਕੋਲ ਸ਼ਹਿਰ ਵਾਸੀਆਂ ਨੇ ਇਹ ਮੇਨ ਮੰਗ ਕੀਤੀ ਸੀਗੀ ਕਿ ਜੰਡਿਆਲਾ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਵੱਡਾ, ਚਾਰੇ ਪਾਸਿਓਂ ਜਦੋਂ ਸਕੂਲ ਦੇ ਬੱਚਿਆਂ ਦਾ ਸਵੇਰੇ ਸਕੂਲ ਲੱਗਦਾ ਹੈ, ਇੱਥੇ ਕਾਫੀ ਸਾਰੇ ਸਕੂਲ ਹਨ ਜੰਡਿਆਲਾ ਸ਼ਹਿਰ ਦੇ ਵਿੱਚ। ਸਵੇਰੇ ਮਾਰਨਿੰਗ ਟਾਈਮ ਅਤੇ ਦੁਪਹਿਰ ਦੇ ਟਾਈਮ ਜਦੋਂ ਛੁੱਟੀ ਹੁੰਦੀ ਹੈ, ਸਾਰੇ ਪਾਸਿਓਂ ਵਾਹੀਕਲਸ ਦੀ ਮੂਵਮੈਂਟ ਹੁੰਦੀ ਹੈ, ਔਰ ਇੱਕ ਵੱਡਾ ਜਾਮ ਜਿਹੜਾ ਸ਼ਹਿਰ ਦੇ ਵਿੱਚ ਲੱਗ ਜਾਂਦਾ। ਅਦਰਵਾਈਜ਼ ਵੀ ਟ੍ਰੈਫਿਕ ਬਹੁਤ ਬੁਰੇ ਹਾਲ ਦੇ ਵਿੱਚ ਹੈ। ਇੱਥੇ ਜੰਡਿਆਲਾ ਗੁਰੂ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਅਸੀਂ ਨਜਿੱਠਣ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੋਂ ਵਿਜੇਂਦਰ ਸਿੰਗਲਾ ਜੀ ਔਰ ਆਪਣੇ ਮਨਪ੍ਰੀਤ ਬਾਦਲ ਸਾਡੇ ਵਿੱਤ ਮੰਤਰੀ, ਉਹਨਾਂ ਕੋਲੋਂ ਮੈਂ ਪੈਸੇ ਜਿਹੜੇ ਹੈ ਉਹ ਆਪਣਾ ਇੱਕ ਵੱਡਾ ਨਿਰਮਾਣ ਅਸੀਂ ਕਰਨਾ ਚਾਹੁੰਦੇ ਹਾਂ
ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਸਾਈਡ ਤੋਂ ਆਪਣਾ ਬਾਈਪਾਸ ਦਾ, ਜਿਹੜਾ ਕਿ ਪਾਸ ਹੋ ਚੁੱਕਾ ਹੈ ਔਰ ਆਪਣੀ ਕਾਫੀ ਫਾਈਨਲ ਸਟੇਜ ਦੇ ਵਿੱਚ ਹੈ। ਉਹਦੇ ਐਸਟੀਮੇਟਸ ਵਗੈਰਾ ਤਿਆਰ ਹੋ ਚੁੱਕੇ ਹੈ ਔਰ ਮੈਨੂੰ ਉਮੀਦ ਹੈ ਕਿ ਉਹਦਾ ਆਉਣ ਵਾਲੇ ਜਲਦੀ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਟੈਂਡਰ ਲਾ ਕੇ ਤੇ ਜਿਹੜਾ ਮੇਰੀ ਪ੍ਰਾਇੋਰਟੀ ਹੈ ਇਹ ਬਾਈਪਾਸ ਬਣਾ ਕੇ ਤੇ ਸ਼ਹਿਰ ਵਾਸੀਆਂ ਨੂੰ ਜਿਹੜਾ ਹੈ ਉਹ ਟ੍ਰੈਫਿਕ ਤੋਂ ਨਿਜਾਤ ਦਿਵਾ ਕੇ ਹੈਵੀ ਟ੍ਰੈਫਿਕ ਸਾਰੀ ਆਪਾਂ ਉਹ ਵੈਰੋਵਾਲ ਜਿਹੜਾ ਉਹ ਰੋਡ ਨਿਕਲੇਗਾ, ਮੇਨ ਜਲੰਧਰ GT ਰੋਡ ਦੇ ਉੱਪਰ ਨਿਕਲ ਜਾਵੇਗਾ। ਪਹਿਲਾਂ ਤਾਂ ਮੇਰਾ ਬਾਈਪਾਸ ਜੰਡਿਆਲਾ ਸ਼ਹਿਰ ਦੇ ਵਿੱਚ ਇੱਕ ਵੱਡਾ ਟਾਰਗੇਟ ਹੈ, ਫੋਕਸ ਹੈ ਮੇਰਾ ਉਸ ਦੇ ਉੱਪਰ। ਦੂਸਰਾ ਮੇਰਾ ਇਹ ਹੈ ਕਿ ਜੰਡਿਆਲਾ ਸ਼ਹਿਰ ਜਿਹੜਾ ਹੈ ਇਹ ਮੇਨ ਟਾਊਨ ਹੋਣ ਦਾ ਕਰਕੇ ਇਹਦੇ ਨਾਲ ਆਸੇ-ਪਾਸੇ ਕਸਬੇ ਬਹੁਤ ਲੱਗਦੇ, ਜਿਸ ਤਰ੍ਹਾਂ ਤਰਨਤਾਰਨ ਦਾ ਏਰੀਆ ਇੱਧਰੋਂ ਪੈਂਦਾ ਹੈ ਰੂਟ, ਔਰ ਫਿਰ ਇੱਧਰੋਂ ਸ਼ਹਿਰ ਵਾਲੇ ਪਾਸਿਓਂ ਪੈਂਦਾ ਹੈ ਕਿ ਰਸਤਾ ਰਈਏ ਵਾਲੇ ਪਾਸਿਓਂ ਪੈਂਦਾ ਹੈ। ਇੱਥੇ ਕਾਫੀ ਜਿਹੜਾ ਸੈਂਸਿਟਿਵ ਏਰੀਆ ਹੋਣ ਦੇ ਕਾਰਨ ਇੱਥੇ ਕ੍ਰਾਈਮ ਰੇਟ ਜਿਹੜਾ ਸੀਗਾ ਉਹ ਕਾਫੀ ਹਾਈ ਹੈ। ਕੁਝ ਪਿਛਲੇ ਦਿਨਾਂ ਤੋਂ ਇਸ ਚੀਜ਼ ਨੂੰ ਠੱਲ ਪਾਈ ਗਈ ਹੈ। ਮਾਨਯੋਗ SSP ਸਾਹਿਬ ਨਾਲ, ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ 'ਚ ਰਹਿਣਾ ਵੀ ਜਿਹੜੀਆਂ ਕ੍ਰਾਈਮ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਠੱਲ ਪਾਈ ਜਾਵੇ, ਲੋਕਾਂ ਦੇ ਵਿੱਚ ਜਿਹੜੀ ਸੇਫਟੀ ਸਿਕਿਉਰਿਟੀ ਦੀ ਫੀਲਿੰਗ ਹੈ ਉਹ ਬਰਕਰਾਰ ਰਹੇ। ਇੱਥੇ ਸ਼ਹਿਰ ਦੇ ਵਿੱਚ ਅਸੀਂ ਇੱਕ ਜਲਦ ਹੀ ਕੈਮਰਿਆਂ ਦਾ ਪ੍ਰਬੰਧ, CCTV ਕੈਮਰਾਸ ਜਿਹੜੇ ਕੰਟਰੋਲ ਕਰਨਗੇ ਕ੍ਰਾਈਮ ਦੇ ਵਿੱਚ, ਕਾਫੀ ਹੱਦ ਤੱਕ ਉਹਨਾਂ ਦਾ ਜਿਹੜਾ ਕੈਮਰਿਆਂ ਦਾ ਯੋਗਦਾਨ ਰਹੇਗਾ। ਉਹਦਾ ਕਨੈਕਸ਼ਨ ਅਸੀਂ ਕੋਸ਼ਿਸ਼ ਕਰਾਂਗੇ ਕਿ ਜੰਡਿਆਲਾ ਪੁਲਿਸ ਸਟੇਸ਼ਨ ਦੇ ਵਿੱਚ ਦੇ ਦਿੱਤਾ ਜਾਵੇ ਔਰ ਕੋਈ ਵੀ ਇਹੋ ਜਿਹੀ ਕੋਈ ਵਾਰਦਾਤ ਘਟਨਾ ਹੋਵੇ ਤਾਂ ਉਹਦੀ ਜਿਹੜੀ ਹੈ CCTV ਕੈਮਰੇ ਉਹਦੇ ਵਿੱਚ ਕੈਦ ਹੋਣ ਤੇ ਇਸ ਕ੍ਰਾਈਮ ਨੂੰ ਰੋਕਣ 'ਚ ਥੋੜ੍ਹਾ ਸਾਨੂੰ ਇਸ ਚੀਜ਼ 'ਚ ਮਦਦ ਮਿਲੇਗੀ। ਤੀਸਰੀ ਵੱਡੀ ਗੱਲ ਇਹ ਹੈ ਕਿ ਕੁਝ ਬੇਘਰੇ ਲੋਕ ਨੇ, ਹੁਣ ਮੈਂ ਜਿਸ ਤਰ੍ਹਾਂ ਪ੍ਰਚਾਰ ਕਰਕੇ ਆਇਆ, ਹੁਣ ਕਾਫੀ ਸਾਰੇ ਇਲਾਕੇ ਪਏ ਜਿੱਥੋਂ ਨਿਕਲ ਕੇ ਆਇਆ, ਬਹੁਤ ਸਾਰੇ ਵਾਜਬ ਲੋਕਾਂ ਦੀ ਇਹ ਮੰਗ ਸੀ ਕਿ ਅਸੀਂ ਬੇਘਰੇ ਲੋਕ ਹਾਂ, ਸਾਡੇ ਕੋਲ ਘਰ ਹੈ ਨਹੀਂ, ਸਾਡੇ ਕੋਲ ਛੱਤ ਹੈ ਨਹੀਂ, ਸਾਨੂੰ ਕੁਝ ਰਹਿਣ ਵਾਸਤੇ ਜਗ੍ਹਾ ਦਿੱਤੀ ਜਾਵੇ। ਨਗਰ ਕੌਂਸਲ ਕਾਂਗਰਸ ਪਾਰਟੀ ਦੀ ਅਗਰ ਸਾਡੇ ਜੰਡਿਆਲਾ ਸ਼ਹਿਰ ਵਾਸੀ ਅਗਰ ਸਾਨੂੰ ਪੂਰਨ ਬਹੁਮਤ ਦੇ ਕੇ ਕਾਂਗਰਸ ਪਾਰਟੀ ਦੀ 10 ਸਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਲੰਬਾ ਪੀਰੀਅਡ 10 ਸਾਲ ਦਾ ਸਮਾਂ ਮਿਲਿਆ ਕਮੇਟੀ ਨਗਰ ਕੌਂਸਲ ਦੀ ਬਣਾਉਣ ਵਾਸਤੇ, ਸਾਨੂੰ ਅਗਰ ਹੁਣ ਪਹਿਲੀ ਵਾਰ ਸਾਨੂੰ ਮਿਲਦਾ 10 ਸਾਲ ਬਾਅਦ ਇਹ ਮੌਕਾ, ਤੇ ਮੈਂ ਉਹਨਾਂ ਲੋਕਾਂ ਨੂੰ ਵਿਸ਼ਵਾਸ ਦਿਲਾ ਕੇ ਆਇਆ ਕਿ ਅਸੀਂ ਨਗਰ ਕੌਂਸਲ ਦੇ ਵਿੱਚ ਮਤਾ ਪਾਸ ਕਰਾਂਗੇ। ਮਤਾ ਪਾਸ ਕਰਕੇ ਸਾਡੇ ਕੋਲ ਇੱਥੇ ਨਗਰ ਕੌਂਸਲ ਦੀ ਕੁਝ ਜ਼ਮੀਨ ਜਿਹੜੀ ਹੈ ਵਾਹੀਯੋਗ ਜਿਹੜੀ ਜ਼ਮੀਨ ਹੈ ਉਹ ਪਈ ਹੈ ਔਰ ਕੁਝ ਸਾਡੇ ਕੋਲ ਇੱਧਰ ਬਲਾਕ ਦੀ ਜ਼ਮੀਨ ਵੀ 3.5 ਕਿੱਲੇ ਜੰਡਿਆਲਾ ਗੁਰੂ ਜਿਹੜਾ BDP ਆਫਿਸ ਬਲਾਕ ਦੀ 3.5 ਕਿੱਲੇ ਜ਼ਮੀਨ ਉਹ ਵੀ ਪਈ ਹੈ। ਸੋ ਅਸੀਂ ਇਹਦੇ ਵਿੱਚ ਅਸੀਂ ਜਿਹੜੇ ਹੈ ਉਹ ਅਗਰ ਪਿੰਡਾਂ ਦੇ ਵਿੱਚ ਕੁਝ ਮਰਲਿਆਂ ਦੇ 5-5 ਮਰਲਿਆਂ ਦੇ ਪਲਾਟ ਕੱਟ ਕੇ ਦੇ ਰਹੇ ਹਾਂ ਤੇ ਇਹ ਮੈਂ ਜ਼ਰੂਰ ਫੋਕਸ ਕਰੂੰਗਾ, ਇਸ ਚੀਜ਼ ਤੇ ਪਹਿਲ ਕਦਮੀ ਕਰੂੰਗਾ ਕਿ ਉਹਨਾਂ ਗਰੀਬ ਬੇਘਰੇ ਲੋਕਾਂ ਵਾਸਤੇ ਅਸੀਂ ਉਹਨਾਂ ਨੂੰ ਜਿਹੜੀ ਹੈ ਉਹ ਪਲਾਟ ਦੇ ਕੇ ਤੇ ਉਹਨਾਂ ਨੂੰ ਉਹਨਾਂ ਵਾਸਤੇ ਜਿਹੜਾ ਹੈ ਰਹਿਣ ਦਾ ਜਿਹੜਾ ਉਹਨਾਂ ਦੇ ਘਰਾਂ ਦਾ ਇੰਤਜ਼ਾਮ ਕਰ ਸਕੀਏ। ਤੁਸੀਂ ਕੀਤੀ ਇਹਦੇ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਆ ਗਈ, ਉਸ ਦੇ ਤਹਿਤ ਇੱਥੇ ਕੋਈ ਪਲਾਟਿੰਗ ਨਹੀਂ ਹੋਈ, ਕੋਈ ਫਲੈਟ ਨਹੀਂ ਬਣਾ ਕੇ ਦਿੱਤੇ ਗਏ ਕਿਸੇ ਨੂੰ? ਮੇਰੇ ਤੇ ਖਿਆਲ 'ਚ ਸਾਡੇ ਸ਼ਹਿਰ ਵਾਸੀ ਲਾਗੇ ਬੈਠੇ ਨੇ, ਕੋਈ ਅਜੇ ਇਹੋ ਜਿਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਅਜੇ ਕੁਝ ਇਸ ਤਰ੍ਹਾਂ ਦਾ ਸਾਡੇ ਜੰਡਿਆਲਾ ਸ਼ਹਿਰ ਦੇ ਵਿੱਚ ਜਿਹੜਾ ਕੋਈ ਕੰਮ ਨਹੀਂ ਹੋ ਪਾਇਆ। ਅਗਰ ਮੈਂ ਗਲਤ ਨਹੀਂ ਹਾਂ ਤਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੂੰਗਾ ਵੀ ਕੋਈ ਅਜੇ ਤੱਕ ਹੋ ਪਾਇਆ? ਨਹੀਂ, ਅਜੇ ਤੱਕ ਕੋਈ ਵੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ। ਪਰ ਮੇਰੀ ਕੋਸ਼ਿਸ਼ ਇਹ ਜ਼ਰੂਰ ਹੈ ਕਿ ਅਗਰ ਮੇਰੇ ਪਿੰਡਾਂ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਨੇ, ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਨੇ, ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੈ ਘਰ ਬਣਾਉਣ ਵਾਸਤੇ, ਮੈਂ ਉਹ ਆਪਣੀਆਂ ਪੰਚਾਇਤਾਂ ਨੂੰ ਵੀ ਕਿਹਾ ਕਿ ਤੁਸੀਂ ਮਤੇ ਪਾਸ ਕਰਕੇ ਤੇ ਉਹਨਾਂ ਬੇਘਰੇ ਲੋਕਾਂ ਵਾਸਤੇ, ਲੋੜਵੰਦ ਪਰਿਵਾਰਾਂ ਵਾਸਤੇ ਤੁਸੀਂ ਇੰਤਜ਼ਾਮ ਕਰਾਓ ਜ਼ਮੀਨ ਦਾ ਔਰ ਉਹਨਾਂ ਨੂੰ ਆਪਾਂ 5-5 ਮਰਲੇ ਪਲਾਟ ਜਿਹੜੇ ਸਰਕਾਰ ਦਾ ਵਾਅਦਾ ਸੀਗਾ ਅਸੀਂ ਉਹ ਪੂਰਾ ਕਰਨਾ ਚਾਹੁੰਦੇ ਹਾਂ। ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਮੇਰੇ ਜੰਡਿਆਲਾ ਗੁਰੂ ਸ਼ਹਿਰ ਦੇ ਜਿਹੜੇ ਇੱਥੋਂ ਦੇ ਲੋੜਵੰਦ ਔਰ ਬਿਲੋ ਪਾਵਰਟੀ ਲਾਈਨ ਜਿਨ੍ਹਾਂ ਦਾ ਘਰ ਹੈ ਨਹੀਂ, ਮਕਾਨ ਹੈ ਨਹੀਂ, ਉਹਨਾਂ ਦੀ ਵਿਵਸਥਾ ਕੀਤੀ ਜਾਵੇ। ਅਸੀਂ ਉਹ ਜ਼ਰੂਰ ਮਤਾ ਪਾਸ ਕਰਕੇ ਉਹ ਜਿਹੜੀ ਸਾਡੇ ਕੋਲ ਜਗ੍ਹਾ ਹੈ ਅਸੀਂ ਉਹ ਇਹਨਾਂ ਲੋਕਾਂ ਵਾਸਤੇ ਪ੍ਰਬੰਧ ਕਰਾਂਗੇ। ਅਨਫੋਰਚੂਨੇਟਲੀ ਅੱਜ ਮੈਂ ਇੱਥੇ ਆਇਆ ਤੇ ਇੱਥੇ ਇੱਕ ਫਾਇਰ ਬ੍ਰੇਕਆਊਟ ਹੋਇਆ ਜੰਡਿਆਲਾ ਦੇ ਵਿੱਚ, ਮੇਨ ਬਾਜ਼ਾਰ ਹੈ। ਲੋਕਾਂ ਦੀ ਕਾਫੀ ਮੰਗ ਰਹਿੰਦੀ ਹੈ ਕਿ ਇਸ ਜੰਡਿਆਲਾ ਜਿਹੜਾ ਕਸਬਾ ਹੁੰਦਾ ਸੀ ਹੁਣ ਸ਼ਹਿਰ ਬਣ ਗਿਆ, ਟਾਊਨ ਬਣ ਗਿਆ, ਇੱਥੇ ਫਾਇਰ ਬ੍ਰਿਗੇਡ ਦੀ ਜਿਹੜੀ ਹੈ ਬਹੁਤ ਜ਼ਿਆਦਾ ਲੋੜ ਹੈ। ਅੱਜ ਵੀ ਫਾਇਰ ਬ੍ਰਿਗੇਡ ਅੰਮ੍ਰਿਤਸਰ ਤੋਂ ਮੰਗਵਾਉਣੀ ਪਈ। ਇਹ ਸਮੱਸਿਆ ਦੇ ਹੱਲ ਵਾਸਤੇ ਕੀ ਕੁਝ ਤੁਸੀਂ ਸੋਚ ਰਹੇ ਹੋ, ਕਿਸ ਤਰ੍ਹਾਂ ਇਹਨੂੰ ਹੱਲ ਕਰਾਓਗੇ ਤਾਂ ਕਿ ਜੇ ਜੰਡਿਆਲਾ ਦੇ ਵਿੱਚ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਹੁੰਦੀ ਤਾਂ ਕਿ ਫਾਇਰ ਬ੍ਰਿਗੇਡ ਇੱਥੇ ਹੋਏ ਤੇ ਨੁਕਸਾਨ ਜਿਹੜਾ ਉਹ ਘੱਟ ਤੋਂ ਘੱਟ ਹੋਵੇ? ਮੈਂ ਤੁਹਾਨੂੰ ਹੁਣੇ ਥੋੜ੍ਹੀ ਦੇਰ ਪਹਿਲਾਂ ਦੂਸਰੇ ਸਾਥੀ ਨੂੰ ਵੀ ਇਹੋ ਦੱਸ ਕੇ ਬੋਲ ਕੇ ਹਟਿਆ ਕਿ ਸਾਡੀ ਇੱਕ ਕਮੇਟੀ ਜਿਹੜੀ ਹੈ ਮਿਊਨਿਸਪਲ ਕਾਊਂਸਲ ਹੈ ਔਰ ਜਿਹੜੀ ਸਰਕਾਰ ਦੀ ਪਾਲਿਸੀ ਮੁਤਾਬਕ ਜਿਹੜੀਆਂ ਕਾਰਪੋਰੇਸ਼ਨਸ ਨੇ ਉਹਦੇ ਵਿੱਚ ਜਿਹੜੇ ਹੈ ਫਾਇਰ ਬ੍ਰਿਗੇਡ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਜਿਹੜੀਆਂ ਕਾਊਂਸਲਸ ਨੇ B ਟਾਈਪ ਨਗਰ ਕਾਊਂਸਲਸ ਨੇ ਉਹਨਾਂ ਨੂੰ ਦੋ ਕਾਊਂਸਲਸ ਨੂੰ ਕਲੱਬ ਕਰਕੇ ਇੱਕ ਫਾਇਰ ਬ੍ਰਿਗੇਡ ਦੀ ਵਿਵਸਥਾ ਕਰਦੇ ਹੈ
ਸਾਡੇ 10 ਸਾਲ ਇੱਥੇ ਦੂਸਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੀ ਇੱਥੇ ਕਮੇਟੀ ਬਣੀ ਔਰ ਅਨਫੋਰਚੂਨੇਟਲੀ ਉਦੋਂ ਵੀ ਕੋਈ ਪ੍ਰਬੰਧ ਨਹੀਂ ਹੋ ਪਾਇਆ। ਬਟ ਮੈਂ ਹੁਣ ਵੀ ਇਹੋ ਵਿਸ਼ਵਾਸ ਦਿਲਾ ਰਿਹਾ ਕਿ ਅਗਰ ਸਾਡੀ ਉਹ ਕਮੇਟੀ ਸ਼ਹਿਰ ਵਾਸੀ ਸਾਨੂੰ ਸਾਥ ਦਿੰਦੇ ਆ, ਬਹੁਮਤ ਦਿੰਦੇ ਆ, ਅਗਰ ਇਲਾਕਾ ਐਮਐਲਏ ਕੋਲ ਥੱਲੇ ਕਾਉਂਸਲਰਸ ਹੋਣਗੇ ਤੇ ਮੇਰੇ ਕਹੇ ਮੁਤਾਬਕ ਮਤਾ ਪਏਗਾ ਕੰਮਾਂ ਵਾਸਤੇ, ਤਾਂ ਮੈਂ ਸਭ ਤੋਂ ਪਹਿਲਾਂ ਮਤਾ ਅਸੀਂ ਆਪਣੀ ਕਮੇਟੀ ਵੱਲੋਂ ਇਹੋ ਪਵਾਵਾਂਗੇ ਕਿ ਇਹ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਜੰਡਿਆਲਾ ਗੁਰੂ ਸ਼ਹਿਰ, ਉਹਦੇ ਵਾਸਤੇ ਸਾਡੀ ਜਿਹੜੀ ਹੈ ਇਹ ਵਾਜਬ ਮੰਗ ਹੈ ਕਿ ਸਾਨੂੰ ਇੱਕ ਫਾਇਰ ਬ੍ਰਿਗੇਡ ਇਸ ਇਲਾਕੇ ਵਾਸਤੇ ਚਾਹੀਦੀ ਹੈ। ਸਾਡੇ ਕੋਲ ਪ੍ਰੋਪਰ ਜਿਹੜੀ ਕਾਉਂਸਲਰਸ ਦੀ ਜਿਹੜੀ ਹੈ ਮੈਜੋਰਿਟੀ ਉਹ ਹੈ ਨਹੀਂ ਇਸ ਟਾਈਮ ਕਾਂਗਰਸ ਪਾਰਟੀ ਦੇ ਕੋਲ, ਉਹ ਮੈਜੋਰਿਟੀ ਹੋਣੀ ਬਹੁਤ ਜ਼ਰੂਰੀ ਹੈ। ਮਤਾ ਪਏਗਾ, ਮਤਾ ਪੈ ਕੇ ਅਸੀਂ ਸਰਕਾਰ ਦੇ ਨਾਲ ਟੇਕਅਪ ਕਰਾਂਗੇ, ਮੇਰੇ ਕੋਲ ਇੱਕ ਗਰਾਊਂਡ ਬਣੇਗਾ ਕਿ ਸਾਡੇ ਕੋਲ ਇਹ ਮਤਾ ਹੈ, ਸਾਡੇ ਕਾਉਂਸਲਰਸ ਨੇ ਪਾਸ ਕੀਤਾ ਹੈ, ਤੇ ਉਹਦੇ ਵਾਸਤੇ ਫਿਰ ਮੈਂ ਆਪਣੀ ਜਦੋਜਹਿਦ ਕਰਕੇ ਸਰਕਾਰ ਕੋਲੋਂ, ਮੁੱਖ ਮੰਤਰੀ ਸਾਹਿਬ ਕੋਲੋਂ, ਮਾਨਯੋਗ ਲੋਕਲ ਸੈਲਫ ਗਵਰਨਮੈਂਟ ਮੰਤਰੀ ਸਾਹਿਬ ਦੇ ਕੋਲੋਂ ਆਪਣੀ ਫਾਇਰ ਬ੍ਰਿਗੇਡ ਦਾ ਵਿਵਸਥਾ ਕਰ ਸਕਦਾ ਔਰ ਮੇਰਾ ਇਹ ਪ੍ਰੈਫਰੈਂਸ ਨੰਬਰ 1 ਹੋਏਗਾ। ਲੱਗਦਾ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ, ਲੱਗਦਾ ਲੋਕ ਐਤਕੀ ਤੁਹਾਡਾ ਸਾਥ ਦੇਣਗੇ, ਜਾਂ ਜਿਵੇਂ ਅਕਾਲੀ ਦਲ ਕਹਿ ਰਿਹਾ ਕਿ ਕਾਂਗਰਸ ਗੁੰਡਾਗਰਦੀ ਕਰ ਰਹੀ ਹੈ, 8 ਮਹੀਨੇ ਬਾਅਦ ਸਾਡੀ ਸਰਕਾਰ ਆ ਜਾਣੀ ਹੈ, ਤੇ ਲੋਕਾਂ ਦੇ ਮਨ 'ਚ ਕੋਈ ਸੱਚੋਪਨ ਦੀ ਸਥਿਤੀ ਵੀ ਹੈਗੀ ਹੈ? ਇੱਕ ਵੀ ਉਦਾਹਰਨ ਦਿਓ ਅਕਾਲੀ ਦਲ ਦੀ ਕਿ ਕਾਂਗਰਸ ਨੇ ਗੁੰਡਾਗਰਦੀ ਕੀਤੀ ਹੈ? ਕੋਈ ਉਦਾਹਰਨ ਦੇਵੇ ਅਕਾਲੀ ਦਲ ਕਿ ਕਾਂਗਰਸ ਨੇ ਗੁੰਡਾਗਰਦੀ ਕੀਤੀ ਹੈ? ਉਲਟਾ ਮੈਂ ਇਹ ਸੋਚਦਾ ਕਿ ਮੈਂ ਅੱਜ ਸੋਚ ਰਿਹਾ ਕਿ ਸਵਾ 4 ਸਾਲ ਦਾ ਸਮਾਂ ਲੰਘ ਚੁੱਕਾ, 4 ਸਾਲ ਦਾ ਸਮਾਂ ਲੰਘ ਚੁੱਕਾ ਕਾਂਗਰਸ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਿਆ ਨੂੰ, ਔਰ ਮੈਨੂੰ ਇੱਥੇ ਇਲਾਕਾ ਬਤੌਰ ਐਜ਼ ਏ ਵਿਧਾਇਕ ਕੰਮ ਕਰਦੇ ਹੋਏ 3 ਥਾਣੇ ਸਾਡੇ ਜੰਡਿਆਲਾ ਵਿਧਾਨ ਸਭਾ ਹਲਕੇ ਦੇ ਅੰਦਰ ਆਉਂਦੇ ਹੈ, ਜੰਡਿਆਲਾ, ਤਰਸਿੱਕਾ ਔਰ ਮਹਿਤਾ। ਔਰ ਅਗਰ ਮੈਂ ਗਲਤ ਨਹੀਂ ਹਾਂ ਤੇ ਤੁਸੀਂ ਵੀ ਪ੍ਰੈਸ ਦੇ ਜ਼ਿੰਮੇਵਾਰ ਸਾਥੀ ਹੋ, ਇਹਨਾਂ 4 ਸਾਲਾਂ ਦੇ ਵਿੱਚ ਕਿਸੇ ਵੀ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਜਾਂ ਵਰਕਰਾਂ ਨੂੰ ਇੱਕ ਦਿਨ ਵਾਸਤੇ ਵੀ ਕਿਸੇ ਥਾਣੇ ਦੇ ਬਾਹਰ ਜਾ ਕੇ ਤੇ ਧਰਨਾ ਲਾਉਣ ਦੀ ਨੌਬਤ ਨਹੀਂ ਆਈ। ਇਹ ਨੌਬਤ ਤਾਂ ਨਹੀਂ ਆਈ ਕਿ ਅਸੀਂ ਕੋਈ ਇੱਥੇ ਗਲਤ ਕੰਮ ਜਾਂ ਕਿਸੇ ਨਾਲ ਗੁੰਡਾਗਰਦੀ ਜਿਹੜੇ ਇਲਜ਼ਾਮ ਲਗਾਉਂਦੇ ਹੈ ਉਹ ਨਹੀਂ ਕੀਤੇ। ਗੁੰਡਾਗਰਦੀ ਦਾ ਇਲਜ਼ਾਮ ਲਾਉਣ ਦਾ ਮਤਲਬ ਇਹ ਹੈ ਕਿ ਆ ਕੇ ਅਫਸਰਸ਼ਾਹੀ ਨੂੰ ਅਕਾਲੀ ਦਲ ਦੇ ਲੀਡਰਸ ਜਿਹੜੇ ਆ ਡਰਾਉਂਦੇ ਆ, ਧਮਕਾਉਂਦੇ ਆ, ਔਰ ਬੜੀ ਮਾੜੀ ਤੇ ਮੰਦਭਾਗੀ ਗੱਲ ਹੈ ਇਹ ਉਹਨਾਂ ਲੋਕਾਂ ਨੂੰ ਡਰਾਉਂਦੇ ਜਿਹੜੇ ਪੁਲਿਸ ਯੂਨੀਫਾਰਮ ਜਿਨ੍ਹਾਂ ਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਕੰਮ ਹੈ, ਉੱਥੋਂ ਤੱਕ ਧਮਕੀਆਂ ਦਿੰਦੇ ਆ। ਇੱਥੋਂ ਤੱਕ ਕਿ ਇਹਨਾਂ ਦੇ ਕੁਝ ਨੁਮਾਇੰਦੇ ਸ਼ਹਿਰ ਵਾਸੀਆਂ ਨੂੰ ਇੱਥੋਂ ਤੱਕ ਧਮਕੀ ਦੇ ਦਿੰਦੇ ਆ ਵੀ ਅਸੀਂ ਅੱਖਾਂ ਕੱਢ ਕੇ ਬਿਆਸ ਦਰਿਆ 'ਚ ਸੁੱਟ ਦਿਆਂਗੇ। ਸੋ ਕਾਂਗਰਸ ਪਾਰਟੀ ਨੇ ਕਦੀ ਨਾ ਸ਼ਹਿਰ ਦੇ ਵਿੱਚ ਅਸੀਂ ਕਿਸੇ ਨੂੰ ਡਰਾਇਆ, ਨਾ ਅਸੀਂ ਕਿਸੇ ਨੂੰ ਧਮਕਾਇਆ। ਹਰ ਇੱਕ ਦਾ ਸਤਿਕਾਰ ਕਰਦੇ ਹਾਂ, ਹਰ ਇੱਕ, ਚਾਹੇ ਉਹ ਬਜ਼ੁਰਗ ਹੈ, ਚਾਹੇ ਉਹ ਨੌਜਵਾਨ ਹੈ, ਚਾਹੇ ਉਹ ਛੋਟੇ ਬੱਚੇ ਹੈ, ਅਸੀਂ ਹਰ ਇੱਕ ਨੂੰ ਪਿਆਰ ਨਾਲ ਬੋਲੇ ਹਾਂ। ਹਮੇਸ਼ਾ 5 ਸਾਲ ਆਪਣੀ 4 ਸਾਲ ਦਾ ਸਮਾਂ ਹੈ ਉਹ ਅਮਨ ਅਮਾਨ ਅਤੇ ਸ਼ਾਂਤੀ 'ਚ ਅਸੀਂ ਵਿਸ਼ਵਾਸ ਰੱਖਦੇ ਹਾਂ। ਉਲਟਾ ਇਹਨਾਂ ਦੇ ਉਹ ਲੋਕ ਆ ਕੇ ਤੇ ਉਲਟੀਆਂ ਪੁਲਟੀਆਂ ਕਦੀ ਗੱਲਾਂ, ਅਸੀਂ 8 ਮਹੀਨੇ ਤੱਕ ਡਾਇਰੀਆਂ ਲਗਾ ਲਈਆਂ ਨੇ। ਜੇ ਅੱਜ ਡਾਇਰੀਆਂ ਲਾ ਰਹੇ ਆ ਤੇ ਫਿਰ ਸਰਕਾਰ, ਜਿਵੇਂ ਹੁਣ ਵੈਸੇ ਤਾਂ 25 ਸਾਲ ਦਾ ਕਬਜ਼ਾ ਕਹਿੰਦੇ ਸੀ, ਉਹ 25 ਸਾਲ ਦਾ ਕਬਜ਼ਾ ਤੇ ਪੰਜਾਬ ਦੇ ਲੋਕਾਂ ਨੇ ਤੋੜ ਦਿੱਤਾ ਇਹਨਾਂ ਦਾ। ਹੁਣ ਅਗਲੇ ਪਾਸੇ ਉਹ ਸਰਕਾਰ ਤਾਂ ਬਣਦੀ ਨਜ਼ਰ ਆਉਂਦੀ ਨਹੀਂ। ਹੁਣ ਛੱਛੋ ਪੰਚ ਨੇ, ਬੁਖਲਾਹਟ 'ਚ ਨੇ, ਤੇ ਬੁਖਲਾਹਟ 'ਚ ਆ ਕੇ ਲੋਕਾਂ ਨੂੰ ਆ ਕੇ ਤੇ ਗੁੰਡਾਗਰਦੀਆਂ ਉਲਟਾ ਧਮਕੀਆਂ ਦਿੰਦੇ ਆ ਵੀ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਫਲਾਣਾ ਕਰ ਦਾਂਗੇ, ਅਸੀਂ ਲੋਕਾਂ ਦੀਆਂ ਅੱਖਾਂ ਕੱਢ ਦਿਆਂਗੇ, ਸੁੱਟ ਦਿਆਂਗੇ ਉੱਥੇ ਬਿਆਸ ਦਰਿਆ ਦੇ ਵਿੱਚ। ਸੋ ਇਹ ਗੱਲਾਂ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ। ਜਨਤਾ ਦੀ ਕਚਹਿਰੀ ਦੇ ਵਿੱਚ ਆ ਕੇ ਝੂਠ ਬੋਲਣ ਦੀ ਬਜਾਏ ਅਸਲ ਦੇ ਵਿੱਚ ਪ੍ਰੇਮ ਪਿਆਰ ਨਾਲ ਵੋਟ ਮੰਗਣ ਵਾਲੀ ਗੱਲ ਹੈ ਉਹ ਕਰਨੀ ਚਾਹੀਦੀ ਹੈ, ਨਾ ਕਿ ਇਹੋ ਜਿਹੀਆਂ ਹੋਸ਼ੀਆਂ ਗੱਲਾਂ ਕਰਨੀਆਂ ਚਾਹੀਦੀਆਂ। ਆਖਰੀ ਸਵਾਲ, ਜਿਹੜੇ ਚੋਣਾਂ ਹੋਈਆਂ ਜਦੋਂ ਤੁਸੀਂ ਵਿਧਾਇਕ ਬਣੇ, ਉਦੋਂ ਕਾਂਗਰਸ ਪਾਰਟੀ ਵੱਲੋਂ ਕੁਝ ਮੁੱਦੇ ਉਛਾਲੇ ਗਏ ਸੀ, ਨਸ਼ਾਖੋਰੀ, ਬੇਰੁਜ਼ਗਾਰੀ, ਮਾਫੀਆ। 4 ਸਾਲਾਂ ਦੇ ਵਿੱਚ ਕਿਆ ਤੁਸੀਂ ਆਪਣੇ ਹਲਕੇ 'ਚੋਂ ਤਿੰਨੋਂ ਮੁੱਦੇ ਖਤਮ ਕੀਤੇ? ਕਿਆ ਨਸ਼ਾਖੋਰੀ ਖਤਮ ਹੋ ਗਈ, ਬੇਰੁਜ਼ਗਾਰੀ ਖਤਮ ਹੋਈ ਹੈ, ਔਰ ਜਿਹੜਾ ਮਾਫੀਆ ਸੀ, ਜਿਹੜੇ ਮਾਫੀਆ ਬਾਕੀ ਸੀ, ਰੇਤ ਮਾਫੀਆ ਜਾਂ ਦੂਸਰੇ ਮਾਫੀਆ, ਉਹਨਾਂ ਦੇ ਠੱਲ ਪਈ ਹੈ ਕੋਈ? ਬੜਾ ਇੰਪੋਰਟੈਂਟ ਕੁਐਸਚਨ ਹੈ ਤੁਹਾਡਾ, ਔਰ ਇਹਦੇ ਨਾਲ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹਾਂਗਾ। ਜਿੱਥੋਂ ਤੱਕ ਤੁਸੀਂ ਇਹ ਗੱਲ ਕੀਤੀ ਹੈ ਨਸ਼ਾਖੋਰੀ ਦੀ, ਨਸ਼ਾਖੋਰੀ ਦੇ ਉੱਪਰ ਸਰਕਾਰ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਅਸੀਂ ਨਸ਼ਾ ਉਹਨੂੰ ਅਸੀਂ ਖਤਮ ਕਰਨਾ ਹੈ, ਔਰ ਕਾਫੀ ਹੱਦ ਤੱਕ ਇਹਦੇ ਵਾਸਤੇ ਅਸੀਂ ਕਦਮ ਵੀ ਚੁੱਕੇ। ਔਰ ਹਾਂ, ਬਹੁਤ ਸਾਰੀਆਂ ਗੱਲਾਂ ਅਜੇ ਇਹਦੇ 'ਚ ਬਾਕੀਆਂ ਕਰਨ ਵਾਲੀਆਂ ਵੀ ਪਈਆਂ ਨੇ।
ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ, ਕੋਈ ਵੀ ਇੱਥੇ ਅਫਸਰ ਬਦਲ ਕੇ ਆਉਂਦਾ ਹੈ, ਹਮੇਸ਼ਾ ਐਸਐਸਪੀ ਸਾਹਿਬ ਦੇ ਨਾਲ, ਡੀਐਸਪੀ ਸਾਹਿਬ ਦੇ ਨਾਲ ਲਗਾਤਾਰ ਸੰਪਰਕ 'ਚ ਰਹਿਣਾ ਕਿ ਨਸ਼ੇ ਦੇ ਨਾਲ ਜਿਹੜੀ ਇਹ ਗੁੰਡਾਗਰਦੀ, ਗੈਂਗਸਟਰਸ ਜਿਹੜੇ ਹੈ, ਇਹਨਾਂ ਦੇ ਉੱਪਰ ਕੰਟਰੋਲ, ਨਸ਼ੇ ਦੇ ਉੱਪਰ ਕੰਟਰੋਲ, ਔਰ ਜਿਹੜਾ ਇਹਨਾਂ ਦੇ ਨਾਲ ਜਿਹੜਾ ਹੈਗਾ ਆਪਣਾ ਲੁੱਟ ਖੋਹ ਦੀਆਂ ਵਾਰਦਾਤਾਂ, ਕ੍ਰਾਈਮ ਨਾਲ ਰਿਲੇਟਡ, ਇਹਨਾਂ ਦੇ ਨਾਲ ਟਾਈਮ ਟੂ ਟਾਈਮ ਮੈਂ ਇਹਨਾਂ ਨਾਲ ਹਮੇਸ਼ਾ ਆਪਣੇ ਹਲਕੇ ਨੂੰ ਲੈ ਕੇ ਮੀਟਿੰਗ ਕਰਦਾ। ਇਹਨਾਂ ਨੂੰ ਮੈਂ ਹਮੇਸ਼ਾ ਸੁਚੇਤ ਕਰਦਾ ਕਿ ਹੁਣ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ। ਔਰ ਜਿੱਥੋਂ ਤੱਕ ਬੇਰੁਜ਼ਗਾਰੀ ਦਾ ਸਵਾਲ ਹੈ, ਬੇਰੁਜ਼ਗਾਰੀ ਸਰਕਾਰ ਕਾਫੀ ਵੱਡੇ ਪੱਧਰ 'ਤੇ ਸਰਕਾਰੀ ਨੌਕਰੀਆਂ ਨਿਕਲੀਆਂ, ਉਹਨਾਂ ਦੇ ਉੱਪਰ ਵੀ ਜਿਹੜਾ ਹੈ ਹੁਣ ਵੀ ਮੇਰੇ ਖਿਆਲ ਕੁਝ ਪਟਵਾਰੀਆਂ ਦੇ ਪਤਾ ਨਹੀਂ ਕਿੰਨੇ ਲੱਖ ਨੌਕਰੀਆਂ ਸਾਡੇ ਪੰਜਾਬ ਜਿਹੜਾ ਹੈਗਾ ਬੋਰਡ, ਜਿਹੜਾ ਸਾਡਾ ਐਸਐਸ ਬੋਰਡ ਹੈ, ਐਸਐਸ ਬੋਰਡ, ਉਹਨੇ ਵੀ ਕੱਢੀਆਂ ਨੇ ਔਰ ਉਹਦਾ ਪ੍ਰੋਸੈਸ ਵੀ ਚੱਲਦਾ। ਪੁਲਿਸ ਦੀ ਭਰਤੀ ਵੀ ਆਈ ਹੈ ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜਾ ਸਾਡਾ ਡਿਪਾਰਟਮੈਂਟ ਹੈ, ਜਿਹਦੇ ਹੈੱਡ ਚੰਨੀ ਸਾਹਿਬ ਨੇ, ਟੈਕਨੀਕਲ ਜਿਨ੍ਹਾਂ ਕੋਲ ਵਿਭਾਗ ਹੈ, ਉਹਨਾਂ ਨੇ ਵੀ ਕਾਫੀ ਸਾਰੇ ਵੱਡੇ ਜਿਹੜੇ ਮੇਲੇ ਹੈ, ਬੇਰੁਜ਼ਗਾਰੀ ਨਾਲ ਸੰਬੰਧਿਤ ਮੇਲੇ, ਜੌਬ ਅਫੇਅਰਸ ਮੇਲੇ, ਉਹ ਲਗਾਏ ਨੇ। ਉਹਨਾਂ ਦੇ ਵਿੱਚ ਅਸੀਂ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਨੂੰ ਵੀ ਉਹਦੇ ਵਿੱਚ ਜਿਹੜਾ ਹੈ ਅਬਜ਼ੌਰਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੀਜਾ ਸਵਾਲ ਤੁਹਾਡਾ ਸੀਗਾ ਜਿਹੜਾ ਰੇਤ ਮਾਫੀਆ ਤੇ ਮਾਫੀਆ ਤੇ ਕੰਟਰੋਲ। ਸਾਡੇ ਇਸ ਵਿਧਾਨ ਸਭਾ ਹਲਕਾ ਦੇ ਵਿੱਚ ਕੋਈ ਮਾਫੀਆ ਸੱਚ ਤੁਸੀਂ ਕਹੋ ਵੀ ਰੇਤ ਮਾਫੀਆ ਅੱਜ ਤੱਕ ਅਸੀਂ ਤਾਂ ਸੁਣਿਆ ਨਹੀਂ, ਨਾ ਅਸੀਂ ਰੇਤ ਮਾਫੀਆ ਵਾਲੇ ਪਾਸੇ ਕਦੀ ਕਿਸੇ ਨੂੰ ਉਤਸ਼ਾਹ ਕੀਤਾ। ਰੇਤ ਹੈ ਹੀ ਨਹੀਂ ਕੋਈ ਇਹੋ ਜਿਹੇ ਕੰਮ ਕਾਰੋਬਾਰ ਦੇ ਵਿੱਚ, ਨਾ ਸੀ ਕੇਬਲ ਮਾਫੀਆ। ਤਾਂ ਤੁਹਾਨੂੰ ਕਹਿਣ ਦੀ ਵੀ, ਦੱਸਣ ਦੀ ਵੀ ਲੋੜ ਨਹੀਂ, ਇੱਕ ਹੀ ਪਰਿਵਾਰ ਦਾ ਕਬਜ਼ਾ ਪੰਜਾਬ 'ਚ। ਕਿਹੜੇ ਪਰਿਵਾਰ ਦਾ ਕਬਜ਼ਾ ਹੈ, ਕਿਹੜਾ ਮਾਫੀਆ ਹੈ, ਕੌਣ ਮਾਫੀਆ ਚਲਾਉਂਦੇ ਰਹੇ ਹੈ, ਉਹ ਸਾਰਾ ਲੋਕਾਂ ਦੇ ਲੋਕ ਭਲੀ ਭਾਂਤ ਜਾਣਦੇ ਆ। ਸਰਕਾਰ ਤੁਹਾਡੀ ਮਾਫੀਆ ਕਿਉਂ ਨਹੀਂ ਖਤਮ ਹੋਇਆ? ਤੁਹਾਡੀ ਸਰਕਾਰ ਸੀ, ਉਹ ਕੇਬਲ ਮਾਫੀਆ ਦੀ ਗੱਲ ਕਰ ਲਈ, ਉਹ ਕਿਉਂ ਨਹੀਂ ਖਤਮ ਹੋਇਆ? ਕੇਬਲ ਮਾਫੀਆ ਜਿਹੜਾ ਹੈ ਨਾ, ਉਹਦੇ 'ਚ ਕੋਈ ਇਹ ਨਹੀਂ ਹੈ ਕਿ ਅਸੀਂ ਧੱਕੇ ਨਾਲ ਜਾ ਕੇ ਕਿਸੇ ਦੀਆਂ ਤਾਰਾਂ ਕੱਟ ਦਈਏ, ਕਿਸੇ ਨਾਲ ਜਾ ਕੇ ਗੁੰਡਾਗਰਦੀ ਦੀਆਂ ਤਾਰਾਂ ਨੂੰ ਕੱਟ ਦਈਏ। ਉਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੈ। ਉਹਦੇ ਵਾਸਤੇ ਅਗਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਇਲੀਗਲ ਕੰਮ ਹੋਏਗਾ ਨਾ, ਕਿਸੇ ਦੀ ਕੇਬਲ ਨੂੰ ਆਪਣਾ। ਨਵਜੋਤ ਸਿੰਘ ਸਿੱਧੂ ਨੇ ਇਹਦੇ ਬਾਰੇ ਸਵਾਲ ਚੁੱਕਿਆ ਸੀ, ਉਹਦੀ ਆਵਾਜ਼ ਹੀ ਬੰਦ ਕਰਤੀ। ਉਹ ਨਵਜੋਤ ਸਿੰਘ ਸਿੱਧੂ ਹੁਣ ਕਿਤੇ ਨਜ਼ਰ ਹੀ ਨਹੀਂ ਆਉਂਦਾ। ਉਹਦਾ ਤੁਹਾਡੇ ਨਾਲ ਮਿਲੇ ਆ ਨਵਜੋਤ ਸਿੰਘ ਸਿੱਧੂ, ਕੀ ਉਹਨਾਂ ਦੇ ਖਿਆਲਾਤ ਆ ਤੁਹਾਨੂੰ? ਕਿਉਂਕਿ ਉਹ ਵੀ ਐਮਐਲਏ ਆ, ਤੁਸੀਂ ਵੀ ਐਮਐਲਏ ਹੋ, ਉਹ ਮੰਤਰੀ ਵੀ ਰਹੇ ਨੇ। ਕੋਈ ਇਸ ਤਰ੍ਹਾਂ ਦੇ ਖਿਆਲ ਨਹੀਂ ਕਿ ਉਹ ਸਾਈਡ ਲਾਈਨ ਕਰ ਦਿੱਤਾ ਜਾਂ ਕਿਸ ਤਰ੍ਹਾਂ। ਸਭ ਦੇ ਆਪੋ ਆਪਣੇ ਪਾਰਟੀ ਦੇ ਵਿੱਚ ਵਿਚਾਰ ਹੈ, ਸਾਰੇ ਸਤਿਕਾਰਯੋਗ ਲੀਡਰ ਨੇ, ਆਪੋ ਆਪਣੇ ਵਿਚਾਰ ਜਿਹੜੇ ਆ ਪਾਰਟੀ ਦੇ ਵਿੱਚ ਦਿੰਦੇ ਨੇ ਔਰ ਪਾਰਟੀ ਸਾਰਿਆਂ ਦੇ ਵਿਚਾਰ ਸੁਣ ਕੇ ਤੇ ਉਹਨਾਂ ਗੱਲਾਂ ਦੇ ਉੱਪਰ ਜਿਹੜਾ ਹੈ ਉਹ ਫੈਸਲਾ ਕਰਦੀ ਹੈ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਵੀ ਕਿਸੇ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਧੰਨਵਾਦ। ਤੇ ਇਹ ਸਨ ਸਾਡੇ ਨਾਲ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਜੰਡਿਆਲਾ ਗੁਰੂ ਦਾ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਪੂਰੇ ਕੰਸਟੀਚੁਐਂਸੀ ਦਾ ਕਾਫੀ ਜ਼ਿਆਦਾ ਵਿਕਾਸ ਕਰਾਇਆ। ਔਰ ਜੇ ਜੰਡਿਆਲਾ ਟਾਊਨ ਦੀ ਗੱਲ ਕੀਤੀ ਜਾਵੇ, ਉੱਥੇ ਵੀ ਇਸ ਟਾਈਮ 5 ਕਰੋੜ ਦੇ ਕਰੀਬ ਪ੍ਰੋਜੈਕਟ ਜਿਹੜੇ ਨੇ ਉਹ ਚੱਲ ਰਹੇ ਨੇ। ਔਰ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਨਗਰ ਕੌਂਸਲ ਦੀ ਜਿਹੜੀਆਂ ਚੋਣਾਂ ਨੇ, ਉਸ ਚੋਣਾਂ ਦੇ ਵਿੱਚ ਲੋਕ ਜਿਹੜੇ ਨੇ ਇਸ ਵਾਰ ਕਾਂਗਰਸ ਪਾਰਟੀ ਦਾ ਸਾਥ ਦੇਣਗੇ। ਔਰ ਜਿਹੜੀਆਂ ਇੱਥੇ ਮੰਗਾਂ, ਚਾਹੇ ਉਹ ਫਾਇਰ ਬ੍ਰਿਗੇਡ ਦੀ ਹੈ ਜਾਂ ਕੋਈ ਹੋਰ ਜਿਹੜੀਆਂ ਮੰਗਾਂ, ਉਹਨਾਂ ਨੂੰ ਉਹ ਪੂਰਾ ਕਰਨਗੇ। ਕੈਮਰਾਮੈਨ ਮੁਕੇਸ਼ ਦੇ ਨਾਲ ਰਾਜਨ ਗੁਸਾਈ, ਪੰਜਾਬ ਵਾਇਰ ਨਿਊਜ਼, ਜੰਡਿਆਲਾ ਗੁਰੂ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।